ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੀਂ ਤਿਹਾ ਹਮ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਨ ਕੇ ਨਾਸਕ ਬਿਘਨ ਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਾਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਇਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਇਤਿਆਦਿਕ ਕਾਰਨ ਕੁਛ ਔਰ ਚਿਵਿਤ ਚਿਤਵਤ ਭੈ ਸੋਢੇ ਸਿਰ ਮੋਰ। ਵਿਧਿ ਚੰਦ ਕੋ ਨਿਕਟ ਹਕਾਰਾ ਕਹਿਤ ਭਏ ਹਮ ਕੀਨ ਸਤਿਆਰਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵਡਭਾਗੀ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਆਦਿਕ ਕਾਰਨ ਕੁਛ ਔਰ ਚਿਤਵਤ ਭੈ ਸੋਢੇ ਸਿਰ ਮੋਰ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਕਰਤਾਰਪੁਰ ਸਾਹਿਬ ਦੀ ਜੰਗ ਫਤਿਹ ਹੋਈ, ਲੱਖ ਦੇ ਕਰੀਬ ਤੁਰਕ ਮਾਰੇ ਗਏ, 700 ਗੁਰੂ ਕੇ ਸਿੱਖ ਵੀ ਸ਼ਹੀਦ ਹੋਏ। ਸਤਿਗੁਰੂ ਜੀ ਨੇ ਜੰਗ ਤੋਂ ਬਾਅਦ ਥੋੜ੍ਹੀ ਦੇਰ ਆਰਾਮ ਕੀਤਾ। ਗੁਰੂ ਕੇ ਸਿੱਖ ਸੂਰਮੇ ਜਿਹੜੇ 1100 ਬਚੇ, ਥੋੜ੍ਹੀ ਦੇਰ ਉਹਨਾਂ ਨੇ ਆਰਾਮ ਕੀਤਾ, ਪਰ ਕਮਰ ਕੱਸੇ ਨਹੀਂ ਖੁੱਲੇ। ਕਮਰ ਕੱਸੇ ਉਸੇ ਤਰ੍ਹਾਂ ਹੀ ਸਨ। ਥੋੜ੍ਹੀ ਦੇਰ ਆਰਾਮ ਕਰਕੇ ਗੁਰੂ ਸਾਹਿਬ ਜੀ ਫਿਰ ਸੁਚੇਤ ਹੋਏ ਤੇ ਸਤਿਗੁਰੂ ਜੀ ਨੇ ਫਿਰ ਵਿਚਾਰ ਕੀਤੀ। ਇੱਕ ਤੇ ਬਹੁਤ ਜ਼ਿਆਦਾ ਬਾਹਰ ਲਾਸ਼ਾਂ ਨੇ, ਬਹੁਤ ਜ਼ਿਆਦਾ ਮਾਸ ਖੂਨ ਡੁੱਲਿਆ ਹੋਇਆ ਹੈ, ਬਿਮਾਰੀਆਂ ਫੈਲਣ ਦਾ ਇੱਥੇ ਡਰ ਹੈ, ਬਦਬੂ ਆਉਣੀ ਸ਼ੁਰੂ ਹੋ ਗਈ ਸੀ, ਰਾਤ ਨੂੰ ਹੋਰ ਬਦਬੂ ਆਏਗੀ, ਇਸ ਕਰਕੇ ਇੱਥੋਂ ਚਲੇ ਜਾਣਾ ਚਾਹੀਦਾ। ਦੂਜਾ ਕਾਰਨ ਇਹ ਸੀ ਕਿ ਜਿਹੜੇ ਦੁਸ਼ਟ ਚੜ੍ਹ ਕੇ ਆਏ ਉਹ ਤੇ ਮਾਰ ਦਿੱਤੇ, ਉਹਨਾਂ ਨੂੰ ਤੇ ਗੱਡੀ ਚੜ੍ਹਾਈ ਦਿੱਤਾ, ਪਰ ਉਹਨਾਂ ਦੇ ਸਾਕ ਸੰਬੰਧੀ ਰਿਸ਼ਤੇਦਾਰ ਇੱਥੇ ਕਰਤਾਰਪੁਰ ਦੇ ਆਲੇ ਦੁਆਲੇ ਬਹੁਤ ਸਾਰੇ ਹਾਕਮ ਸਨ ਕਿ ਉਹ ਫਿਰ ਵੈਰ ਕਰਨਗੇ। ਹੁਣ ਵੈਰ ਕਰਨ ਦਾ ਕੀ ਫਾਇਦਾ? ਇਸ ਕਰਕੇ ਦੂਸਰੀ ਵਿਚਾਰ ਸੀ। ਔਰ ਸਭ ਤੋਂ ਜਿਹੜੀ ਮੇਨ ਗੱਲ ਉਹ ਇਹ ਸੀ, ਬਾਬਾ ਬੁੱਢਣ ਸ਼ਾਹ ਜੀ ਉਹ ਸਤਿਗੁਰੂ ਜੀ ਨੂੰ ਯਾਦ ਕਰਦੇ ਨੇ। ਗੁਰੂ ਅੰਤਰਜਾਮੀ ਜਾਣਦੇ ਨੇ ਕਿ ਬੁੱਢਣ ਸ਼ਾਹ ਜੀ ਦਾ ਅੰਤਲਾ ਸਮਾਂ ਆ ਗਿਆ ਹੈ ਔਰ ਸਿਰਫ ਸਾਡੇ ਦਰਸ਼ਨ ਕਰਕੇ ਬੈਠੇ ਹੋਏ ਨੇ। ਇਸ ਕਰਕੇ ਗੁਰੂ ਸਾਹਿਬ ਨੇ ਵਿਚਾਰ ਬਣਾਈ ਕਿ ਹੁਣੇ ਕਰਤਾਰਪੁਰ ਸਾਹਿਬ ਤੋਂ ਚਾਲੇ ਪਾਉਣੇ ਨੇ, ਅਸੀਂ ਕੀਰਤਪੁਰ ਸਾਹਿਬ ਪਹੁੰਚਣਾ ਹੈ। ਹੋਰ ਵੀ ਕੁਝ ਕਾਰਨ ਸਨ, ਗੁਰੂ ਸਾਹਿਬ ਜੀ ਜਾਣਦੇ ਨੇ ਕਿ ਹੁਣ ਅੰਮ੍ਰਿਤਸਰ ਨਹੀਂ, ਹੁਣ ਕੀਰਤਪੁਰ ਸਾਹਿਬ ਪਹੁੰਚਣਾ ਹੈ। ਇਹ ਵਿਚਾਰ ਕਰਕੇ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ, ਗੁਰੂ ਸਾਹਿਬ ਜੀ ਨੇ ਭਾਈ ਬਿਧੀ ਚੰਦ ਨੂੰ ਆਪਣੇ ਕੋਲ ਬੁਲਾਇਆ ਔਰ ਭਾਈ ਬਿਧੀ ਚੰਦ ਨੂੰ ਬੁਲਾ ਕੇ ਸਮਝਾਇਆ ਕਿ ਅਸੀਂ ਤਾਂ ਤਿਆਰੀ ਕਰ ਲਈ ਹੈ। ਕੀਰਤਪੁਰ ਮੈਂ ਪਹੁੰਚੇ ਜਾਏ, ਜਾਹੂੰ ਸਦਨ ਤੋਂ ਬਿਲਮ ਬਹਾਈ, ਕਿ ਹੁਣੇ ਅਸੀਂ ਕੀਰਤਪੁਰ ਸਾਹਿਬ ਨੂੰ ਤੋਂ ਚਾਲੇ ਪਾਉਣੇ ਨੇ।
ਤੇ ਭਾਈ ਬਿਧੀ ਚੰਦ ਬਿਨਾਂ ਦੇਰ ਤੋਂ ਤੂੰ ਘਰ ਨੂੰ ਜਾ, ਘਰ ਨੂੰ ਗੁਰੂ ਕੇ ਮਹਿਲਾਂ ਦੇ ਵਿੱਚ। ਸਿਮਦਨ ਡੋਰੇ ਤਿਆਰ ਕਰੀਜੈ, ਬਹਿਲਣ ਵਸਤੂ ਸ਼ਕਟ ਭਰ ਲੀਜੈ। ਭਾਈ ਬਿਧੀ ਚੰਦ ਹੁਣੇ ਬੈਲ ਗੱਡੀਆਂ ਤਿਆਰ ਕਰਵਾਓ, ਛਕੜਿਆਂ 'ਤੇ ਜਿਹੜਾ ਸਮਾਨ ਲੱਦਿਆ ਜਾਂਦਾ ਉਹ ਲੱਦ ਲਓ। ਹੁਣ ਦੇਖੋ ਜੰਗ ਤੇ ਭਾਈ ਬਿਧੀ ਚੰਦ ਨੇ ਵੀ ਕੀਤਾ, 15-16 ਘੰਟੇ ਜੰਗ ਚੱਲੀ ਹੈ, ਤੇ ਜੰਗ ਤੋਂ ਪਹਿਲੋਂ ਵੀ 2-4 ਘੰਟੇ ਪਹਿਲੋਂ ਸੁਚੇਤ ਹੋਣਗੇ। ਗੁਰੂ ਕੇ ਸੂਰਮੇ ਜਿਹੜੇ 1100 ਹੋਰ ਨੇ ਉਹ ਵੀ ਜੰਗ ਕੀਤੀ ਹੈ, ਪਰ ਕੋਈ ਥਕੇਵਾ ਨਹੀਂ, ਕੋਈ ਇਕੇਵਾ ਨਹੀਂ, ਕਿਉਂਕਿ ਉਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਹੈ। ਭਾਈ ਬਿਧੀ ਚੰਦ ਨੇ ਗੁਰੂ ਸਾਹਿਬ ਦਾ ਹੁਕਮ ਸੁਣਿਆ, ਉਸੇ ਵੇਲੇ ਗਿਆ ਜੀ। ਬੈਲ ਗੱਡੀਆਂ ਤਿਆਰ ਕਰਵਾਈਆਂ, ਜਿਹੜੇ ਛਕੜੇ ਸਨ, ਗੱਡੇ ਸਨ, ਜਿੰਨਾ ਕੁ ਸਮਾਨ ਉਹਦੇ 'ਤੇ ਲੱਦਿਆ ਜਾ ਸਕਦਾ ਸੀ ਉਹ ਲਦਾਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਬਿਧੀ ਚੰਦ ਇਹ ਜਾ ਕੇ ਕਹਿ ਦੇ ਸਾਰਿਆਂ ਨੂੰ, ਕਰੋ ਨ ਲਾਲਚ ਪ੍ਰਿਆ ਵਤ ਲੀਜੈ, ਅਪਰ ਸਰਬਿਹ ਤਿਆਗਣ ਕੀਜੈ। ਘਰ ਵਿੱਚ ਜਾ ਕੇ ਕਹਿ ਦਿਓ, ਕਿਉਂਕਿ ਫਿਰ ਬੀਬੀਆਂ ਨੂੰ ਹੁੰਦਾ ਨਾ ਕਿ ਇਹ ਵੀ ਚੀਜ਼ ਰਹਿ ਗਈ, ਇਹ ਵੀ ਲੱਦ ਲਈਏ, ਇਹ ਵੀ ਰੱਖ ਲਈਏ, ਇਹ ਵੀ ਰੱਖ ਲਈਏ। ਸਤਿਗੁਰੂ ਕਹਿੰਦੇ ਨੇ ਜਿਹੜਾ ਜ਼ਰੂਰੀ ਸਮਾਨ ਹੈ ਤੇ ਜਿਹੜਾ ਲਿਆ ਜਾ ਸਕਦਾ, ਜਿੰਨਾ ਕੁ ਲਿਆ ਜਾ ਸਕਦਾ, ਕਹਿ ਲਈਏ ਕਿ ਸਮਾਂ ਦੇ ਦਿੱਤਾ, ਘੰਟੇ ਦੇ ਵਿੱਚ ਤਿਆਰੀ ਕਰੋ। ਲਾਲਚ ਨਹੀਂ ਕਰਨਾ, ਜਿੰਨਾ ਸਮਾਨ ਲੱਦਿਆ ਜਾ ਸਕਦਾ, ਲਿਆ ਜਾ ਸਕਦਾ, ਉਹ ਜ਼ਰੂਰੀ ਲਵੋ, ਕਿਉਂਕਿ ਸਮਾਨ ਬਾਕੀ ਇੱਥੇ ਰਹਿਣ ਦਿਓ, ਕੋਈ ਗੱਲ ਨਹੀਂ, ਸਮਾਨ ਦਾ ਲਾਲਚ ਨਹੀਂ ਕਰਨਾ। ਵਹਿਰ ਗੰਗ ਸਰ ਪਰ ਹਮ ਖਰੇ, ਤੋਹੇ ਪ੍ਰਤੀਖਿਆ ਥਿਰਤਾ ਕਰੇ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਬਾਹਰ ਗੰਗਸਰ ਵਿਖੇ ਖੜੇ ਹਾਂ, ਔਰ ਕਰਤਾਰਪੁਰ ਸਾਹਿਬ ਆਪ ਜਾਓ, ਮੇਨ ਗੁਰਦੁਆਰਾ ਗੰਗਸਰ ਸਾਹਿਬ ਹੀ ਹੈ। ਅਸੀਂ ਇੱਥੇ ਇੰਤਜ਼ਾਰ ਕਰ ਰਹੇ, ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਆਓ। ਜਥਾ ਜੋਗ ਦੀਜੈ ਅਸਵਾਰੀ, ਆਨੋ ਸੰਗ ਸਰਬ ਕਰ ਪਿਆਰੀ। ਜਥਾ ਜੋਗ ਜਿਵੇਂ ਬਣਦਾ ਸਭ ਨੂੰ ਸਵਾਰੀਆਂ ਦਿਓ, ਗੱਡੇ, ਰੱਥ, ਘੋੜੇ, ਜਿਵੇਂ ਜਿਵੇਂ ਕਿਸੇ ਨੂੰ ਚਾਹੀਦੇ ਨੇ, ਜੋ ਕੁਝ ਹੈ ਉਹ ਦਿਓ। ਬਿਧੀ ਚੰਦ ਸੁਣੋ ਗਮਣਿਓ ਤੂਰਨ, ਕਰਿਓ ਸੁਣਾਏ ਹੁਕਮ ਗੁਰ ਪੂਰਨ। ਭਾਈ ਬਿਧੀ ਚੰਦ ਬਿਲਕੁਲ ਆਲਸ ਨਹੀਂ ਕੀਤਾ, ਉਸੇ ਵੇਲੇ ਛੇਤੀ ਨਾਲ ਗਿਆ ਘਰ ਦੇ ਵਿੱਚ ਗੁਰੂ ਕੇ ਮਹਿਲਾਂ 'ਚ ਜਾ ਕੇ ਹੁਕਮ ਗੁਰੂ ਸਾਹਿਬ ਦਾ ਸੁਣਾ ਦਿੱਤਾ ਕਿ ਗੁਰੂ ਪੂਰਨ ਦਾ ਹੁਕਮ ਹੈ। ਪੂਰਨ ਗੁਰੂ ਕਹਿੰਦੇ ਨੇ, ਸਮਰੱਥ ਗੁਰੂ ਨੇ ਕਿਹਾ ਕਿ ਹੁਣੇ ਚਾਲੇ ਪਾਉਣੇ ਨੇ, ਤਿਆਰੀ ਕਰੋ। ਇਸ ਸਿੱਖ ਸੂਰਮਿਆਂ ਦੇ ਵਿੱਚ ਵੀ ਹੁਕਮ ਸੁਣਾ ਦਿੱਤਾ ਗਿਆ। ਸੁਣ ਮਰਵਾਹੇ ਨਾਨਕੇ ਘਰ ਕੇ ਵਸਤ ਸੰਭਾਰ। ਔਰ ਜਿਵੇਂ ਬੇਨਤੀ ਕੀਤੀ ਸੀ, ਭਾਵੇਂ ਸਾਡੀਆਂ ਸਤਿਕਾਰਯੋਗ ਮਾਤਾਵਾਂ ਨੇ, ਮਾਤਾਵਾਂ ਨੂੰ, ਬੀਬੀਆਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਘਰ ਦੀ ਬੜੀ ਜ਼ਰੂਰੀ ਹੈ। ਛੇਤੀ ਨਾਲ ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ ਨੇ ਘਰ ਦੀਆਂ ਜਿਹੜੀ ਜ਼ਰੂਰੀ ਚੀਜ਼ਾਂ ਨੂੰ ਛੇਤੀ ਨਾਲ ਸੰਭਾਲੀਆਂ। ਬਿਧੀ ਚੰਦ ਕੇ ਹੱਥ ਕਰ ਲਾਦੇ ਸਕਟ ਮਝਾਰ। ਜ਼ਰੂਰੀ ਚੀਜ਼ਾਂ ਸੰਭਾਲ ਕੇ ਭਾਈ ਬਿਧੀ ਚੰਦ ਨਾਲ ਲੱਗੇ ਨੇ, ਸੇਵਕ ਨਾਲ ਲੱਗੇ ਨੇ। ਭਾਈ ਬਿਧੀ ਚੰਦ ਨੇ ਆਪਣੇ ਹੱਥੀਂ ਉਹ ਗੱਦਿਆਂ ਦੇ ਉੱਤੇ ਲਦਾਈਆਂ ਨੇ। ਖੇਮ ਕੋਇਰ ਸੂਰਜ ਮਲਦਾਰਾ, ਨੁਖਾ ਗੁਜਰੇ ਦੁੱਤੇ ਉਧਾਰਾ। ਖੇਮ ਕੌਰ ਬਾਬਾ ਸੂਰਜਮਲ ਦੇ ਘਰ ਵਾਲੀ, ਉਹਨਾਂ ਦੀ ਪਤਨੀ। ਦੂਸਰੇ ਨਹੁੰ ਉਹਨਾਂ ਦੀ ਨਹੁੰ ਹੈ, ਤੇ ਦੂਸਰੇ ਕਹਿੰਦੇ ਗੁਜਰੀ ਦੁੱਤੀ ਉਧਾਰਾ। ਦੂਸਰੀ ਨਹੁੰ ਸਾਡੇ ਮਾਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ, ਮਾਤਾ ਗੁਜਰੀ ਜੀ, ਕਹਿੰਦੇ ਉਹ ਡੋਲਿਆਂ 'ਤੇ ਬੈਠ ਗਏ ਨੇ। ਸ਼ਿਖਰ ਚੜਾਏ ਰੁਚਰ ਜੁਗ ਡੋਰੇ, ਨਿਕਸੇ ਵਹਿਰ ਗੰਗਸਰ ਔਰੇ। ਛੇਤੀ ਨਾਲ ਚੀਜ਼ਾਂ ਸੰਭਾਲੀਆਂ, ਉਹ ਡੋਲਿਆਂ ਦੇ ਵਿੱਚ ਬੈਠੇ, ਰੱਥਾਂ ਦੇ ਵਿੱਚ ਬੈਠੇ। ਕਰਤਾਰਪੁਰ ਸਾਹਿਬ ਤੋਂ ਬਾਹਰ ਨਿਕਲੇ, ਗੰਗਸਰ ਵਾਲੇ ਪਾਸੇ ਨੂੰ ਚਲੇ ਗਏ। ਹੁਣ ਦੇਖੋ ਦੋ ਨੌਵਾਂ ਦਾ ਨਾਂ ਲਿਆ ਹੈ, ਖੇਮ ਕੌਰ ਤੇ ਗੁਜਰ ਕੌਰ। ਇੱਕ ਨਾਂ ਹੋਰ ਵੀ ਹੈ ਨਾ, ਬਾਬਾ ਧੀਰਮਲ ਦੇ ਮਾਤਾ ਜੀ, ਬਾਬਾ ਗੁਰਦਿੱਤਾ ਜੀ ਦੇ ਘਰ ਵਾਲੀ ਨੱਤੀ ਜੀ। ਉਹਨਾਂ ਦਾ ਨਾਂ ਨਹੀਂ ਲਿਆ, ਤੇ ਕਿਉਂ ਨਹੀਂ ਲਿਆ ਅੱਗੇ ਜਾ ਕੇ ਕਲੀਅਰ ਵੀ ਹੋਣਾ ਹੈ। ਦੁਵੈ ਖਾਸੇ ਇੱਕ ਪਰ ਮਰਵਾਹੀ, ਚੜੇ ਨਾਨਕੇ ਦੂਸਰ ਮਾਹੀ। ਦੋ ਨੌਵਾਂ, ਅੱਗੇ ਦੋ ਗੁਰੂ ਸਾਹਿਬ ਜੀ ਦੇ ਮਹਿਲ। ਕਹਿੰਦੇ ਮਰਵਾਹੀ ਜੀ ਤੇ ਨਾਨਕੀ ਜੀ,
ਇੱਕ ਪਾਸੇ ਉਹ ਜਿਹੜੇ ਨੇ ਉਹ ਪਾਲਕੀਆਂ ਤੇ ਸਵਾਰ ਹੋਏ ਨੇ। ਗੁਰ ਦਿੱਤਾ ਸਿੰਦਨ ਚਰੇ, ਸ੍ਰੀ ਹਰਿ ਰਾਏ ਨਿਕਟ ਥਿਰ ਕਰੇ। ਬਾਬਾ ਗੁਰਦਿੱਤਾ ਜੀ ਉਹ ਵੀ ਰੱਥ ਤੇ ਚੜ੍ਹ ਗਏ। ਬਾਬਾ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ ਨੇ ਸਾਡੇ ਸਮਰੱਥ ਗੁਰੂ ਨੇ ਗੁਰੂ ਹਰਿ ਰਾਏ ਸਾਹਿਬ ਜੀ। ਬਾਬਾ ਗੁਰਦਿੱਤਾ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿ ਰਾਏ ਸਾਹਿਬ ਜੀ ਨੂੰ ਆਪਣੇ ਨਾਲ ਆਪਣੇ ਰੱਥ ਤੇ ਬਿਠਾਇਆ। ਵਿਧੀ ਚੰਦ ਸਿੱਖ ਯਾਦ ਕਿਨਾਰੇ, ਸਗਲ ਭਏ ਬਹਿਬਲ ਅਸੁਵਾਰੇ। ਸਗਲ ਭਏ ਬਹਿਲੜ ਅਸੁਵਾਰੇ। ਕਹਿੰਦੇ ਬਾਬਾ ਵਿਧੀ ਚੰਦ ਤੇ ਹੋਰ ਇਸਤਰੀਆਂ ਜਿਹੜੀਆਂ ਨੇ ਉਹ ਬਹੁਤੀਆਂ ਫਿਰ ਗੱਡਿਆਂ ਦੀ ਸਵਾਰੀ ਸੀ, ਉਹ ਗੱਡਿਆਂ ਦੇ ਉੱਤੇ ਚੜ੍ਹ ਗਈਆਂ। ਸ੍ਰੀ ਗੁਰੂ ਤੇਗ ਬਹਾਦਰ ਚੰਦ ਅਣੀ ਰਾਏ ਹੈ ਚੜ੍ਹੇ ਬਿਲੰਦ। ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਘੋੜੇ ਤੇ ਸਵਾਰ ਹੋਏ ਨੇ। ਦੇਖੋ ਇਹ ਵੀ ਸਮਾਂ ਸੀ ਨਾ, ਇੱਕੋ ਵਾਰੀ 3 ਗੁਰੂ ਸਾਹਿਬਾਨ, ਭਾਵੇਂ ਗੁਰੂ ਹਰਿ ਰਾਏ ਸਾਹਿਬ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਹੱਲੇ ਨਹੀਂ ਮਿਲੀ, ਪਰ ਜੋਤ ਇਹਨਾਂ ਵਿੱਚ ਆਉਣੀ ਹੈ ਨਾ। 6ਵੇਂ ਪਾਤਸ਼ਾਹ ਜੀ, 7ਵੇਂ ਪਾਤਸ਼ਾਹ ਜੀ ਤੇ 9ਵੇਂ ਪਾਤਸ਼ਾਹ ਜੀ ਇਕੱਠੇ ਨੇ। ਗੁਰੂ ਹਰਿ ਰਾਏ ਸਾਹਿਬ ਜੀ ਰੱਥ ਤੇ ਆਪਣੇ ਪਿਤਾ ਗੁਰਦਿੱਤਾ ਜੀ ਦੇ ਨਾਲ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਨੇ। ਹੁਣ ਅਣੀ ਰਾਏ ਜੀ ਨੇ ਦੇਖੋ ਪਹਿਲੋਂ ਬੇਨਤੀ ਕੀਤੀ ਸੀ, ਇਹਨਾਂ ਨੇ ਜੰਗ ਵਿੱਚ ਹਿੱਸਾ ਨਹੀਂ ਲਿਆ ਕਿਉਂਕਿ ਤਪਸਵੀ ਨੇ, ਉਦਾਸ ਬਿਰਤੀ ਦੇ ਧਾਰਨੀ ਨੇ। ਇਹ ਕਹਿੰਦੇ ਕਿ ਮੈਂ ਤਾਂ ਘੋੜੇ ਤੇ ਚੜਾਂਗਾ, ਇਹ ਵੀ ਘੋੜੇ ਤੇ ਸਵਾਰ ਹੋਏ ਨੇ। ਸ੍ਰੀ ਗੁਰੂ ਤੇਗ ਬਹਾਦਰ ਚੰਦ ਅੜੇ ਰਾਏ ਹੈ ਚੜੇ ਬਿਲੰਦ। ਬਾਪਕ ਗੁਰੂ ਰਵਾਬੇ ਦਾਰਾ, ਤੁਰਤ ਬਹਿਲ ਪਰ ਹੈ ਅਸਵਾਰਾ। ਗੁਰੂ ਘਰ ਦੇ ਰਵਾਬੀ ਭਾਈ ਬਾਬਕ ਜੀ, ਭਾਈ ਬਾਬਕ ਦੇ ਦਾਰਾ ਉਹਨਾਂ ਦੀ ਪਤਨੀ, ਕਹਿੰਦੇ ਇਹ ਗੱਡੇ ਦੇ ਉੱਤੇ ਸਵਾਰ ਹੋ ਗਏ ਨੇ। ਵਿਧੀ ਚੰਦ ਕੋ ਨੰਦਨ ਸਿਆਣੋ, ਲਾਲ ਚੰਦ ਚੜ ਕੀਨ ਪਿਆਨੋ। ਇਹਦੇ ਵਿੱਚ ਭਾਈ ਵਿਧੀ ਚੰਦ ਦਾ ਪੁੱਤਰ ਵੀ ਹੈ, ਬੜਾ ਸਿਆਣਾ, ਜਿੰਦਾ ਨਾਮ ਭਾਈ ਲਾਲ ਚੰਦ ਹੈ। ਉਹ ਵੀ ਬੈਲ ਗੱਡੀ ਦੇ ਉੱਤੇ ਸਵਾਰ ਹੋਇਆ, ਉਹ ਵੀ ਚੱਲ ਪਿਆ ਹੈ। ਜਾਤੇ ਮਲਕ ਕੁਟੰਬ ਸਮੇਤਾ, ਗਮਨ ਕੇਨ ਸਭ ਤਜੇ ਨਿਕੇਤਾ। ਭਾਈ ਜਾਤੀ ਮਲਕ ਆਪਣੇ ਪਰਿਵਾਰ ਦੇ ਸਮੇਤ ਉਹ ਵੀ ਗੱਡਿਆਂ ਤੇ ਚੜ੍ਹ ਕੇ ਚੱਲ ਪਿਆ। ਜੇ ਰਣ ਮਰੇ ਸੋ ਗੁਰਪੁਰ ਗਏ, ਕਾਇਲ ਹੁਤੇ ਕਸ਼ਟ ਜਿਨ ਥੇ। ਜਿਹੜੇ ਜੰਗ ਦੇ ਵਿੱਚ 700 ਦੇ ਕਰੀਬ ਸ਼ਹੀਦ ਹੋ ਗਏ, ਮਾਰੇ ਗਏ, ਉਹ ਤੇ ਗੁਰੂਪੁਰੀ ਵਿੱਚ ਪਹੁੰਚ ਗਏ। ਜਿਹੜੇ ਜ਼ਖਮੀ ਸਨ ਉਹ ਗੱਡਿਆਂ ਦੇ ਉੱਤੇ ਚੜ੍ਹ ਗਏ ਨੇ, ਗੱਡਿਆਂ ਤੇ ਉਹਨਾਂ ਨੂੰ ਸਵਾਰ ਕੀਤਾ ਗਿਆ। ਸ੍ਰੀ ਹਰਗੋਬਿੰਦ ਨਿਕਟ ਹਵਕਾਰੇ, ਸਭ ਸੋ ਕਰੁਣਾ ਦ੍ਰਿਸ਼ਟ ਨਿਹਾਰੇ। ਜਦੋਂ ਹੁਣ ਗੰਗਸਰ ਪਹੁੰਚੇ, ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ। ਬੜੇ ਪਿਆਰ ਨਾਲ, ਕਿਰਪਾ ਦੀ ਦ੍ਰਿਸ਼ਟੀ ਨਾਲ ਸਾਰਿਆਂ ਵੱਲ ਵੇਖਿਆ ਹੈ। ਪੀੜਾ ਹਰੇ ਸਕਲ ਕੇ ਜਬੈ, ਚੜ ਕਰ ਤਿਆਰ ਹੋਤ ਪੇ ਤਬੈ। ਇਹ ਜਿਹੜੇ ਜ਼ਖਮੀ ਗੱਡਿਆਂ ਤੇ ਸਨ, ਇੱਕ ਤਰ੍ਹਾਂ ਦੇ ਨਾਲ ਜਿਹੜੇ ਉੱਠਣਾ ਬਹਿਣਾ ਜਿਨ੍ਹਾਂ ਨੂੰ ਔਖਾ ਹੋਇਆ ਸੀ, ਗੁਰੂ ਸਾਹਿਬ ਜੀ ਨੇ ਜਦੋਂ ਕੋਲ ਬੁਲਾ ਕੇ ਇਹਨਾਂ ਵੱਲ ਕਿਰਪਾ ਦੀ ਦ੍ਰਿਸ਼ਟੀ ਮਾਰੀ, ਇਹਨਾਂ ਨੂੰ ਇਵੇਂ ਲੱਗਿਆ ਕਿ ਜਿਵੇਂ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਸਾਰੀ ਪੀੜਾ ਦੂਰ ਹੋ ਗਈ। ਕੁਝ ਲੇਟੇ ਹੋਏ ਸਨ, ਉਹ ਸਾਵਧਾਨ ਹੋ ਕੇ ਬੈਠ ਗਏ ਨੇ। ਜਹ ਸਤਿਗੁਰ ਸਭ ਦਲ ਜੁਤ ਖਰੇ, ਤਿਆਰ ਹੋਏ ਤਹ ਆਵਣ ਕਰੇ। ਹੁਣ ਜਿੱਥੇ ਸਤਿਗੁਰੂ ਜੀ ਸਾਰੇ ਆਪਣੇ ਦਲ ਸੇਵਕਾਂ ਦੇ ਸਮਾਤ ਤਿਆਰ ਹੋ ਕੇ ਖੜੇ ਨੇ, ਉੱਥੇ ਸਾਰੇ ਆ ਗਏ ਨੇ, ਇਕੱਠੇ ਹੋਏ ਨੇ। ਗੁਰ ਘਰ ਕੇ ਸਮਾਜ ਵੱਡ ਭਾਰੇ, ਧਰੈ ਤਹਾਂ ਹੀ ਸਰਬ ਸੰਭਾਰੇ। ਕਿਉਂਕਿ ਗੁਰੂ ਘਰ ਦਾ ਸਾਜੋ ਸਮਾਨ ਇੰਨਾ ਕੁਝ ਨਹੀਂ ਨਾ ਜਿਹੜਾ ਘੰਟੇ 'ਚ ਗੱਡਿਆਂ 'ਤੇ ਵੀ ਲੱਦਿਆ ਜਾਏ। ਬਹੁਤ ਭਾਰੀ ਸਾਜੋ ਸਮਾਨ ਹੈ, ਪਰ ਉਹ ਸਾਰਾ ਉੱਥੇ ਤੋਂ ਉੱਥੇ ਧਰਿਆ ਰਹਿ ਗਿਆ ਕਿਉਂਕਿ ਲਾਲਚ ਨਹੀਂ ਕੀਤਾ। ਸਤਿਗੁਰੂ ਜੀ ਦਾ ਹੁਕਮ ਸੀ ਲਾਲਚ ਨਹੀਂ ਕਰਨਾ, ਕਿਉਂਕਿ ਜਿੱਥੇ ਗੁਰੂ ਸਾਹਿਬ ਜੀ ਨੇ ਜਾਣਾ ਹੈ ਸਮਾਨ ਤੇ ਪਿੱਛੇ ਪਿੱਛੇ ਭੱਜਦਾ ਹੁੰਦਾ ਹੈ। ਲੈ ਸਬਨ ਕੋ ਸੰਗ ਲਵਾਇਓ, ਵਿਧੀ ਚੰਦ ਗੁਰ ਕੇ ਟਿਗੇ ਆਇਓ। ਭਾਈ ਵਿਧੀ ਚੰਦ ਨੇ ਸਾਰਿਆਂ ਨੂੰ ਉੱਥੋਂ ਤੋਰਿਆ, ਆਪ ਪਿੱਛੋਂ ਆਏ ਨੇ, ਆਪ ਗੁਰੂ ਸਾਹਿਬ ਦੇ ਕੋਲ ਭਾਈ ਵਿਧੀ ਚੰਦ ਆਇਆ ਕਿ ਸਾਰੇ ਆ ਗਏ ਨੇ ਸਤਿਗੁਰੂ।
हाथ जोत जोर कर सब गात बुझारे, प्रभ जे चल आए समुदाई। बाबा बिधि चंद ने हथ जोड़ के कहा सतगुरु जी सारे आ गए ने, सारा परिवार आ गया, सारे सिख आ गए ने। जेतक शकटन पर लद गयो, तितक समाज संग कर लियो। भाई बिधि चंद कहंदा सतगुरु जी लालच नहीं किया, किसी भी लालच नहीं किया, जिन्ना कुछ समान कढ़िया ते लद्या गया वो लद लिया है। तीर मल को कहो कनेरे, सो नह आए वो रावर नेरे। भाई बिधि चंद कहंदे सतगुरु जी सारे आ गए ने। धीर मल नूं मैं बड़ा कहंदा रहा चल घोड़े ते चढ़, गड्ढे ते चढ़, जिहड़ी सवारी चाहिदी लै, पर सतगुरु जी धीरमल नहीं आया, क्योंकि धीरमल के अंदर पहलू खूट सी ना, धीरमल नहीं आया। कहत सो तजो न पुर करतार, रहो समाज सो लयो संभार। क्योंकि लालच तो पहलू ही सी, पहलू ਜਿਹੜੇ डर के चिट्ठी लिखी सी, मैं तो तुरकां दे नाल हो के रवांगा, उन्हां दे हुक्म विच रवांगा, उन्हां दे कानून नूं मन्नांगा। ਉਹ ਹੁਣ ਜਿਹੜਾ ਲਾਲਚ ਸਾਹਮਣੇ ਆ ਗਿਆ, ਮੈਂ ਉਹ ਕਹਿੰਦਾ ਮੈਂ ਤੇ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਰਹਿਣਾ, ਮੈਂ ਨਹੀਂ ਛੱਡਣਾ, ਇੱਥੇ ਸਾਰਾ ਸਾਜੋ ਸਮਾਨ ਹੈ ਸਾਡਾ, ਮੈਂ ਇਹਦੀ ਰਾਖੀ ਕਰਾਂਗਾ। ਰਾਖੀ ਕੀ ਕਰਾਂਗਾ, ਸਿੱਧਾ ਸ਼ਬਦ ਵਰਤੀਏ ਤੇ ਮੈਂ ਕਬਜ਼ਾ ਰੱਖਾਂਗਾ ਇਹਦੇ ਤੇ ਆਪਣਾ। ਨਹਿ ਚਾਹਤ ਚਿਤ ਸੰਗ ਤੁਮਾਰਾ, ਬਕਰ ਬਾਕ ਪ੍ਰਤਕੂਲ ਉਚਾਰਾ। ਹੁਣ ਭਾਈ ਬਿਧੀ ਚੰਦ ਨੇ ਹੱਥ ਜੋੜੇ ਨੇ, थोड़ा जिहा संकोचते भी ने, पर गुरु साहब तो कुछ लुको के नहीं रखना चाहते, क्योंकि पता गुरु साहब नूं सब पता है, गुरु साहब जी अंतरजामी ने। थोड़ी जी हौली आवाज़ में कहते हैं सतगुरु जी धीरमल ते कुछ सख्त भी बोलिया है। धीरमल तो इत्थों तक कह दिता मैं गुरु का संग हुण करना ही नहीं, मैं गुरु नाल जाना ही नहीं। और कल्ली इन्नी गल नहीं, उन्हें कह दिता है कि निज नह चाहत चित संग तुम्हारा, बकर बाक प्रतिकूल उचारा। ते जेड़े उन्हें बोल बोले ने वो उल्टी बोले ने, माड़े बोल बोले ने। निज माता को राख्यो पास, कह बहु बिद की प्रीत आवास। ते धीरमल ने अपनी माता नूं भी नाल रख लिया। पहलों बेनती की सी ना, 2 नौवां का नाम आया, तीजी बाबा गुरदित्ता जी के घर वाली। धीरमल की माता गुरु हरराय साहब जी की माता, माता नत्ती जी। कहते धीरमल ने अपनी माता नूं अपने कोल रख लिया। वो कहते साडा घर दे नाल मोह बड़ा है। बड़न हमारे नगर बसायो, मिल तुरकुण सो रहे इथायो। धीरमल कहंदा ये नगर, ये घर साडे वड्डियां ने, साडे दादा ते साडे पड़दादा गुरु अर्जन देव महाराज जी का वसाया होया है, ते अपने वड्डियां दे वसाए हुए घर नूं, नगर नूं छड्ड के किवें चले जाइए। पहली गल तो कि घर दे नाल मोह बड़ा है, ते दूजी गल उन्हें नाल ये कह दित्ती है कि मिल तुरकन सो रहे इथायो, कि मैं ते तुरकां दे नाल मिल के इसे थां ते रवांगा। देखो जेड़े इवें दे बेईमान लोग हुंदे ना, देखो धीरमल बिरती वाले अज भी बथेरे ने, साडे विच ते बहुती गिनती च ने। उतों तो वेखण नूं सिख है, अंदर लालच है। और इवें दे लालची बंदे फिर जदों गुरु दा हुक्म नहीं ना मनदे, देखो गुरु दा हुक्म साडे सामने ही है, बहुत गिनती घट है जिहड़े मनण वाले ने। सिख अखवाउण वाले मेरे वर्गे बड़े ने, पर विआह शादियां 'च पता लग जाता किन्नी कु सिक्खी है, किन्ना कु हुक्म मन्निया। कोई विरला टावा ही होएगा मनदा जिहड़ा नहीं मनदे। और जदों नहीं मनदे जे कोई गल कहीए तो फिर वो कई तरह की दलीलां दिंदे ने, धीरमल की तरह ही ना। हुक्म नहीं मनना, गल्लां बना लैणियां, इवें दे लोकां नूं गल्लां आउंदियां भी ज़्यादियां ने। एक वारी गुरु चेला एक तंबू दे विच रहिंदे ने, शाम हो गई, हनेरा पै गया, बाहर मीह पैंदा सी। हुण सियाल दे दिन अंदर बैठे फकीर ने अपने चेले नूं कह दिता कि उठ के वेख बाहर मीह रुकिया कि नहीं।
ਹੁਣ ਨਿੱਘਾ ਹੋਇਆ ਬਿਸਤਰਾ ਛੱਡਣ ਨੂੰ ਜੀ ਨਾ ਕਰੇ, ਹੁਕਮ ਵੀ ਨਹੀਂ ਮੋੜਨਾ। ਪਹਿਲੋਂ ਤਾਂ ਸੋਚੇ ਕਿ ਕਰਾਂ ਕਿ, ਉੱਠਣਾ ਰਜਾਈ ਤੇ ਛੱਡਣੀ ਨਹੀਂ। ਉਹਨਾਂ ਨੂੰ ਦੇਖਿਆ ਕਿ ਇੱਕ ਬਿੱਲੀ ਬਾਹਰੋਂ ਆਈ। ਕਹਿੰਦਾ ਗੁਰੂ ਜੀ ਬਾਹਰ ਜਾਣ ਦੀ ਕੀ ਲੋੜ ਹੈ, ਬਿੱਲੀ ਤੁਹਾਡੇ ਕੋਲ ਖੜੀ, ਹੱਥ ਲਾ ਕੇ ਵੇਖ ਲਓ। ਜੇ ਤਾਂ ਗਿੱਲੀ ਹੋਈ ਤੇ ਸਮਝੋ ਮੀਂਹ ਪੈਂਦਾ, ਜੇ ਸੁੱਕੀ ਹੋਈ ਤੇ ਹਟ ਗਿਆ ਹੋਣਾ। ਆਪਾਂ ਕੀ ਲੈਣਾ, ਤੰਬੂ ਆਰਾਮ ਵਿੱਚ ਸੋਈਏ ਆਰਾਮ ਨਾਲ। ਹੁਣ ਫਕੀਰ ਚੁੱਪ ਕਰ ਗਿਆ ਕਿ ਚੇਲੇ ਨੇ ਜਵਾਬ ਤਾਂ ਦਿੱਤਾ ਨਹੀਂ, ਪਰ ਦਿੱਤਾ ਬੜੇ ਢੰਗ ਦੇ ਨਾਲ ਹੈ। ਥੋੜ੍ਹੀ ਦੇਰ ਬਾਅਦ ਫਕੀਰ ਫਿਰ ਕਹਿੰਦਾ ਕਿ ਚੱਲ ਉੱਠ, ਮੀਂਹ ਤੇ ਤੂੰ ਵੇਖ ਲਿਆ, ਹੁਣ ਦੀਵਾ ਬੰਦ ਕਰ, ਸੌਂਈਏ ਆਰਾਮ ਨਾਲ। ਉਹ ਚੇਲੇ ਨੇ ਫਿਰ ਜਵਾਬ ਦਿੱਤਾ ਕਿ ਗੁਰੂ ਜੀ ਸੌਂ ਜਾਓ, ਮੈਂ ਬੰਦ ਕਰ ਦਿੰਦਾ। ਕਰ ਦਿਆਂਗਾ ਬੰਦ, ਤੁਸੀਂ ਸੌਂ। ਉਹ ਕੁਦਰਤੀ ਹਵਾ ਦਾ ਬੁੱਲਾ ਆਇਆ, ਦੀਵਾ ਵੀ ਬੁੱਝ ਗਿਆ। ਹੁਣ ਫਕੀਰ ਕਹਿੰਦਾ ਚੱਲ ਉੱਠ ਕੇ, ਦੋ ਤਾਂ ਤੂੰ ਨਹੀਂ ਕੀਤੇ, ਤੀਜੇ ਹੀ ਕਰ ਦੇ। ਉਹਨੇ ਇਹ ਨਹੀਂ ਕਿਹਾ ਦੋ ਨਹੀਂ ਕੀਤੇ, ਉੱਠ ਕੇ ਕਹਿੰਦਾ ਚੱਲ ਦਰਵਾਜ਼ਾ ਬੰਦ ਕਰ, ਹਵਾ ਆਉਂਦੀ ਬਾਹਰੋਂ। ਤੇ ਚੇਲੇ ਨੇ ਜਵਾਬ ਪਤਾ ਕੀ ਦਿੱਤਾ, ਕਹਿੰਦਾ ਬਾਬਾ ਸਾਰੇ ਕੰਮ ਮੇਰੇ ਤੋਂ ਹੀ ਕਰਾਈ ਜਾਣੀ, ਕਿ ਦੋ ਤੇ ਮੈਂ ਕਰਤੇ, ਹੁਣ ਇੱਕ ਤੇ ਤੂੰ ਕਰਦਾ, ਦਰਵਾਜ਼ਾ ਤੇ ਬੰਦ ਕਰ ਉੱਠ ਕੇ। ਵੀ ਕਰਨਾ ਨਾ ਪਏ, ਬਸ ਅਸੀਂ ਸਿੱਖ ਗੁਰੂ ਦੇ ਹੁਕਮ ਨਾ ਮੰਨਣਾ ਪੈ ਜੇ। ਹੁਣ ਇਹ ਜਿਹੜਾ ਧੀਰਮਲ ਹੈ, ਗੁਰੂ ਦੇ ਹੁਕਮ ਨੂੰ ਮੋੜਦਾ ਵੀ ਹੈ ਤੇ ਦਲੀਲਾਂ ਵੀ ਦਿੰਦਾ ਕਿ ਵੱਡਿਆਂ ਦਾ ਘਰ ਅਸੀਂ ਕਿਵੇਂ ਛੱਡ ਕੇ ਜਾਈਏ, ਕਿ ਤੂੰ ਗੁਰੂ ਨਾਲੋਂ ਵੀ ਜ਼ਿਆਦਾ ਸਿਆਣਾ ਹੈ। ਹੁਣ ਤੇ ਵਿਆਹ ਹੈ, ਹੁਣ ਤੇ ਜਨਮ ਦਿਨ, ਹੁਣ ਤੇ ਪਾਰਟੀ ਕਰਨੀ, ਅੱਜ ਤੇ ਡੀਜੇ ਲਾ ਹੀ ਲਈਏ। ਅੱਜ ਗੁਰੂ ਦਾ ਹੁਕਮ ਕੀ ਕਰਨਾ, ਅੱਜ ਲੋੜ ਹੀ ਨਹੀਂ, ਅੱਜ ਅਸੀਂ ਹੈ ਤੇ ਸਿੱਖ ਹੀ ਹਾਂ। ਪਰ ਅੱਜ ਦਾ ਦਿਨ ਕਹਿੰਦੇ ਚਲਾ ਲਈਏ, ਫਿਰ ਦਲੀਲਾਂ ਦਿੰਦੇ ਨੇ ਅੱਜ ਤੇ ਖੁਸ਼ੀਆਂ ਨੇ। ਔਰ ਹੱਦ ਹੋ ਗਈ, ਜਿਹੜੇ ਦੂਜੇ ਲੋਕ ਤੇ ਗੱਲਾਂ ਕਰਨ ਤੇ ਕਰਨੀ। ਫਿਰ ਜਿਨ੍ਹਾਂ ਨੇ ਕਿਰਪਾਨਾਂ ਪਾਈਆਂ, ਗੁਰੂ ਦੀ ਬਾਣੀ ਪੜ੍ਹ ਪੜ੍ਹ ਕੇ ਉਹਦੇ ਅਰਥ ਆਪਣੇ ਮੁਤਾਬਕ ਗਲਤ ਕੱਢ ਲੈਂਦੇ ਨੇ। ਕਿ ਗੁਰੂ ਸਾਹਿਬ ਨੇ ਕਿਹਾ ਨੱਚਣ ਟੱਪਣ ਮਨ ਕਾ ਚਾਓ, ਨੱਚਣ ਕੁੱਦਣ ਮਨ ਕਾ ਚਾਓ। ਵੀ ਇਸ ਕੰਜਰ ਨੱਚਣ ਕੁੱਦਣ ਨੂੰ ਥੋੜ੍ਹੀ ਗੁਰੂ ਸਾਹਿਬ ਜੀ ਨੇ ਉੱਥੇ ਕਿਹਾ। ਸਾਰਾ ਸ਼ਬਦ ਪੜ੍ਹ ਕੇ ਵੇਖੇ ਤੇ ਗੁਰੂ ਸਾਹਿਬ ਜੀ ਤੇ ਉਹ ਕਹਿੰਦੇ ਨੇ ਕਿ ਜਿਹੜੇ ਹਰੇ ਹਰੇ ਕ੍ਰਿਸ਼ਨਾ ਕ੍ਰਿਸ਼ਨਾ ਕਹਿ ਕਹਿ ਕੇ ਨੱਚਦੇ ਨੇ ਰੱਬ ਨੂੰ ਖੁਸ਼ ਕਰਨ ਵਾਸਤੇ, ਉਸ ਨਾਚ ਨੂੰ ਕਿਹਾ ਕਿ ਤੁਹਾਡਾ ਮਨ ਦਾ ਚਾਅ ਤਾਂ ਹੋ ਸਕਦਾ, ਇਹਦੇ ਨਾਲ ਰੱਬ ਨਹੀਂ ਖੁਸ਼ ਹੁੰਦਾ। ਪਰ ਇਹ ਧੀਰਮਲ ਇਸੇ ਤਰ੍ਹਾਂ ਦੀ ਦਲੀਲਾਂ ਦੇਈ ਜਾਂਦਾ ਹੈ। ਭਾਈ ਬਿਧੀ ਚੰਦ ਜੀ ਦੱਸਦੇ ਨੇ, ਹਮ ਨਹਿ 300 ਵੈਰ ਕਮਾਵੈ, ਤੁਰਕਣ ਕੇ ਅਨੁਸਾਰ ਬਿਤਾਵੈ। ਕਿ ਸਤਿਗੁਰੂ ਜੀ ਧੀਰਮਲ ਨੇ ਕਿਹਾ ਕਿ ਮੈਂ ਤੁਰਕਾਂ ਨਾਲ ਵੈਰ ਨਹੀਂ ਰੱਖਣਾ, ਮੈਂ ਤੇ ਤੁਰਕਾਂ ਦੇ ਅਨੁਸਾਰ ਹੋ ਕੇ ਰਵਾਂਗਾ, ਉਹਨਾਂ ਦੇ ਕਾਨੂੰਨ ਵਿੱਚ ਰਵਾਂਗਾ, ਉਹਨਾਂ ਦੇ ਨਾਲ ਮਿਲ ਕੇ ਇੱਥੇ ਕਰਤਾਰਪੁਰ ਦੇ ਵਿੱਚ ਹੀ ਰਵਾਂਗਾ। ਅਗਲੀ ਗੱਲ ਭਾਈ ਬਿਧੀ ਚੰਦ ਨੇ ਫਿਰ ਦੱਸੀ, ਔਰ ਧਿਆਨ ਨਾਲ ਸੁਣਿਓ। ਸ੍ਰੀ ਗੁਰੂ ਗ੍ਰੰਥ ਰਾਖ ਕਰ ਲੀਨੋ, ਗੁਪਤ ਛਪਾਵਣ ਕਿ ਤੂੰ ਕੀਨੋ। ਸਤਿਗੁਰੂ ਜੀ ਵੱਡੀ ਗੱਲ ਇਹ ਹੈ ਕਿ ਧੀਰਮਲ ਨੇ ਗੁਰੂ ਗ੍ਰੰਥ ਸਾਹਿਬ ਜੀ ਲੁਕੋ ਲਏ ਨੇ। ਉਦੋਂ ਸ਼ਬਦ ਗੁਰੂ ਤੇ ਨਹੀਂ ਸੀ ਵਰਤੇ ਜਾਂਦਾ, ਗ੍ਰੰਥ ਸਾਹਿਬ, ਉਹ ਉਹਨਾਂ ਨੇ ਲੁਕੋ ਲਿਆ ਕਿਤੇ। ਖੋਜ ਰਹੇ ਸੋ ਹਾਥ ਨ ਆਇਓ, ਤਾਰੋ ਕਠਨ ਕੋਠਰੇ ਲਾਇਓ। ਅਸੀਂ ਲੱਭਦੇ ਰਹੇ ਪਰ ਗ੍ਰੰਥ ਸਾਹਿਬ ਸਾਨੂੰ ਮਿਲੇ ਨਹੀਂ। ਇੱਕ ਕੋਠੜੀ ਨੂੰ ਤਾਲਾ ਲੱਗਾ ਬੜਾ ਵੱਡਾ, ਔਰ ਸਾਨੂੰ ਲੱਗਦਾ ਕਿ ਧੀਰਮਲ ਨੇ ਉਸੇ ਤਾਲੇ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਰੱਖਿਆ, ਗ੍ਰੰਥ ਸਾਹਿਬ ਜੀ ਨੂੰ। ਕਹੇ ਸੋ ਮੈਂ ਇਹ ਰਾਖਣ ਕਰੋ, ਇਸਕੀ ਆਸ ਏਕ ਮਨ ਧਰੋ। ਤੇ ਜਦੋਂ ਅਸੀਂ ਧੀਰਮਲ ਨੂੰ ਕਿਹਾ ਕਿ ਧੀਰਮਲ ਜੀ ਦੀ ਚਾਬੀ ਤੁਹਾਡੇ ਕੋਲੇ ਚਾਬੀ ਦਿਓ, ਤੇ ਧੀਰਮਲ ਨੇ ਸਾਫ਼ ਕਹਿ ਦਿੱਤਾ ਕਿ ਇੱਥੇ ਗ੍ਰੰਥ ਸਾਹਿਬ ਨੇ ਤੇ ਮੈਂ ਆਪਣੇ ਕੋਲ ਰੱਖ ਲਿਆ, ਇਹ ਮੈਂ ਹੀ ਰੱਖਾਂਗੇ, ਨਹੀਂ ਮੈਂ ਦਿੰਦਾ, ਜ਼ੋਰ ਲਾ ਲਓ। ਮੈਨੂੰ ਇੱਕ ਕਹਿੰਦੇ ਇਤਿਹਾਸ ਹੈ, ਇਸ ਕੀ ਆਸ ਏਕ ਮਨ ਧਰੋ। ਮੈਂ ਕੇਵਲ ਗ੍ਰੰਥ ਸਾਹਿਬ ਦੀ ਆਸ ਰੱਖਣੀ, ਇਤਿਹਾਸ ਕਹਦੀ। ਇਹ ਥੋੜ੍ਹੀ ਕਿ ਮੈਂ ਪੜ੍ਹ ਕੇ ਉਹਦੇ ਤੋਂ ਕੁਝ ਸਿੱਖਣਾ ਹੈ, ਜਾਂ ਜੀਵਨ ਜਾਂਚ ਸਿੱਖਣੀ ਹੈ, ਜਾਂ ਭਗਤ ਜਾਂ ਬੰਦਗੀ ਕਰਨੀ ਹੈ। ਆਸ ਇਹ ਰੱਖਣੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਦੁਕਾਨ ਦੀ ਤਰ੍ਹਾਂ ਮੈਂ ਵਰਤਣਾ ਹੈ। ਔਰ ਬਹੁਤ ਥਾਵਾਂ ਤੇ ਖਿਮਾ ਕਰੂ ਵਰਤਿਆ ਜਾ ਰਿਹਾ ਹੈ ਕਿ ਮੇਰੇ ਕੋਲ ਹੋਣਗੇ, ਲੋਕ ਆਉਣਗੇ, ਪੈਸਾ ਚੜ੍ਹੇਗਾ। ਕਹਿੰਦੇ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਆਪਣੇ ਕੋਲ ਰੱਖਣਾ ਹੈ। ਜਿਸ ਤੇ ਚਲੇ ਮੋਰ ਗੁਜਰਾਨਾ, ਖਾਣ ਪਾਣ ਕੇ ਖਰਚ ਮਹਾਨਾ। ਕਿ ਜਿਹੜੇ ਗ੍ਰੰਥ ਸਾਹਿਬ ਕਰਕੇ ਮੇਰਾ ਗੁਜ਼ਾਰਾ ਚੱਲੇਗਾ, ਲੋਕ ਆਉਣਗੇ, ਰੁਪਈਆ ਪੈਸਾ ਦੇਣਗੇ, ਮੇਰਾ ਖਰਚਾ ਚੱਲੇਗਾ।
जोर पाए कर होए बखेरा, कहो होता ले आवे इस बेरा। सतगुरु जी भाई बिधि चंद जी कहते हैं, सतगुरु जी असी जोर नाल तां नहीं लैके आए, नहीं तो धीरमल भाई बिधि चंद अगे की चीज़ सी जी, जे दो चपेड़ा भी मार दे के ताला दे। पर सतगुरु जी आप जी दे पुत्रे ने, इस करके असीं जोर नहीं पाया। जे तुसीं हुक्म करो तो हुणे जाके लै आइए, ना कोई ताला वड्डी चीज़ है, ना धीरमल कोई वड्डी चीज़ है। श्री हर गोबिंद लखे खूटाई, अगर तुरक टिक पत्थर पठाई। हुण सतगुरु जी नूं किहड़ी गल दा नहीं पता। सतगुरु तो जानते ने, पहलों इन्हें चिट्ठी भी लिख के भेजी है जंग तो पहला, अंदर दी खुटाई भी जानते ने। बहुर भविख्यत कर अपराधु, जथा सुप्रथिया प्रथम असाधु। सतगुरु कहते ने बिधि चंद रहन दे नूं कुछ न कहो, ये दूजा प्रथिया है। साडा ताया से ना प्रथिया, बड़े पाप किते सन, हजे तक अगे जाके ने बड़े अपराध करने ने, इन्हें पाप अगे जाके होर करने ने। अब सजाए जे कछु दिवावै, नेकी नहीं किसु मन भावै। सतगुरु जी कहते ने बिधि चंद जे हुण किसी तरह दे नूं सज़ा दईए ने, जां थप्पड़ मारीए जां नूं कुੱਟੀਏ, ते किसी नूं गल चंगी नहीं लगनी। लोगों ने यह कहना कि इनू धीरमल नूं एवें खामखाई कुੱਟਿਆ जां सज़ा दिती है। होए अदक हे अवगुण यारो, त्यो अंत को अह हमारो। ये इन्हें अपराध बड़े करने ने, और जदों अपराध करेगा, जिवें दा अपराध करेगा, सज़ा तेनूं मिल ही जानी है। वो समा आउणा ही है। जेड़े गुरु ग्रंथ साहिब जी करके जेड़े सिखां दे कोलों ये चाहुंदा कि मेरा सत्कार होवे, आउण वाले समय दे विच रहत मर्यादा विच लिख भी दिता गया है कि धीरमलियां नाल गुरु के सिख ने अपनी वरतों ही नहीं रखनी, रोटी बेटी की सांझ ही नहीं करनी। सतगुरु कहते समा आएगा, इन्हें अपराध हजे होर करने ने। इत्यादिक बहु हृदय विचारे, श्री हर गोबिंद गिरा उचारे। सतगुरु जी ने विचार किए तो भाई बिधि चंद नूं कहन लगे, कछ नह कहो हो चाहे सो करहे, गुर घर सो यह मेल न धरहे। सतगुरु जी कहते हैं बिधि चंद कुछ न कहो, ये गल तो पक्की है कि इन्हें गुरु घर नाल ते मेल रखना ही नहीं, पृथ्वी ते वांगू इन्हें वखरे रहना है। अज कुछ न कहो। प्रथम पृथक पृथक पृथ्या जम भयो, तिम एह रह अपर संग अकर मग लयो। प्रथम पृथक पृथ्या जम भयो, जिमें पहलो पृथ्या वखरे रहा, क्योंकि उन्हें भी अपनी गद्दी वखरी ला ली सी ना, मैं गुरु हाँ। सतगुरु जी कहते धीरमल ने भी वखरे चलना है, पर समा पा के रब ने परमेश्वर ने इन्हों सज़ा आप ही देनी। हुण पृथ्वी भी तो इवें मरिया सी ना जी, कि जदों शिकायत करन गया कोई उनका चेला बड़ा सोहना अपने वालों घरों साग बना के लियाया, चौल बना के लियाया, नाल दही लैके आया सी। रात के समय इन्हूं चौल साग विच दही पा के लग्या, स्वाद खा लिया हद तो ज़्यादा, कि वो जिन्हों आप कहने फूड पॉइजन हो गई, ऐसी हुई, उल्टियाँ ऐसियां लगियां, दस्त लगे, कहते जान ही निकल गई, वो खा के मरिया सी। ये समा आना, इन्हें उनके वांगू चलना पुठे। गुरु साहब जी कहते हुण कुछ न कहो, सुन विद्य कर जोर आलायो, तुम आयस ले ग्रंथ लिखायो। ये सुन के भाई बिधि चंद जी कहते हैं सतगुरु जी चलो ग्रंथ साहब असीं नहीं लेंदे, जे तुहाडी आग्या होवे ते ग्रंथ साहब होर लिखवा लिए, क्योंकि उतारे तो गुरु के सिखा ने कर ही लए सन, फिर होर लिखवा लिए। नहीं संपूर्ण अब लो भयो, राग बिलावल लो लिख लयो। भाई बिधि चंद कहते उतारा तो किया है, पर वो ग्रंथ साहब हजे संपूर्ण नहीं होया। दूसरा बिलावल राग तक तो लिखा गया है, आप उन्होंने पूरा करवा लिए। आद हो रहे सो जानी परै, दैबो इहो नहीं किस करै। तो भाई बिधि चंद लगता है, कहते ने इस तरह लगता है कि वो जो बिलावल राग तक लिखा गया है, तकरीबन अद्धा लिखा गया है ग्रंथ साहब, अद्धा होर लिखने वाला है। ये धीरमल ने तो देना नहीं।
श्री हरगोबिंद बहुर उचारे गुरु ग्रंथ लिखी है जग सारे। ये सुन के सतगुरु धन गुरु हरगोबिंद साहब जी ने फिर बचन कहे, कहते बिधि चंद लिखो, एक नहीं समा आना है ग्रंथ साहब सारे संसार में लिखे जाने ने। और संसार में अज केड़ा देश है जिथे गुरु ग्रंथ साहब का प्रकाश नहीं? तकरीबन लगभग 207 देश ने। अपने देश तो बिना 207 देश ने जिथे सिख ने, भावें थोड़े ने तो भावें बहुते ने, उत्थे गुरु ग्रंथ साहब के प्रकाश ने। ये सारे जग दे विच लिखे जाणगे। पुर पुर ग्रामण घर घर होए, ये धीरमल ने तो एक ग्रंथ साहब अपने घर रखे ना। समा आना है ये तो नगर नगर पिंड पिंड इतों तक के घर घर विच भी हो जाने ने। और बहुत सारे गुरु के सिखा ने घरों में प्रकाश किया हुआ। पिंड तो कोई ऐसा नहीं ना जिथे गुरुद्वारा ना हो तो गुरु ग्रंथ साहब का प्रकाश ना हो। हर एक शहर हर एक पिंड दे विच होएगा। पठे सुने जह कह सब कोए, गुरु दे बाणी नूं हर कोई सिख जिथे किथे पढ़ेगा सुनेगा। बहुर समूह ऐसो होए जाए, जगत राज हम सिख कमाए। उरे सतगुरु जी ने पहलू बचन कह दिते कि बाद विच समा ऐसा होना कि जदों सारे जगत ते साडे सिख राज करनगे। देखो एक तो राज जिहड़ा हुक्का दिता जाता केवल पंजाब के थां ते, इन्ना कोई छोटा जिहा जिहनूं कहंदे ने खालसा राज आएगा, ये सिखां ने राज इत्थे कीता भी है। पर एक राज गुरु हरगोबिंद साहब जी जिहड़ा कहंदे ने वो सिख कर भी रहे ने। देखो बाहरले देशों के विच भी सरकारां दे विच गुरु के सिख मंत्री बने ने और मंत्रियों के राज है ना। ये समा आना है, ये सारे संसार दे विच राज इस तरह का होएगा। सतगुरु जी ने उत्थे बचन कहे, कहते देश विदेशन बधे प्रताप, वाहिगुरु कहो जापे जाप। कि देशों विदेशों दे विच सिक्खी दा गुरु का प्रताप वधना है। जिथे गुरु ग्रंथ साहब की बाणी पढ़नगे सुनगे, वाहिगुरु को जापे जाप, गुरु को सिख वाहिगुरु का जाप जपणगे। इस ते याद जे गुर घर द्रोही, सब अनुसार तिनू के होही। इस तो इलावा जेडे गुरु घर दे अज द्रोही ने ना, वो सारे भी आने वाले समय दे विच गुरु के अनुसार होणगे। यह पे ग्रंथ जोर को पाए, लै है अपने निकट मंगाए। सतगुरु कहते कोई गल नहीं, बिधि चंद समा आएगा कोई जोर पाएगा, जोर पाएगा। इस धीरमल तो भी ग्रंथ अपने को मंगा लवेगा, इनके को रहना इनके को भी नहीं। तिन सिखण के होए अधीन, करे जीवका अपनी पीन। कहते वो सिख जड़े ने ग्रंथ साहब के अधीन होणगे। समा आएगा सिख जड़े ने इस गुरु ग्रंथ साहब गुरु ग्रंथ साहब कृपा करनगे, उन्होंने रोजी रोटी भी देणगे, जीविका भी देणगे। इम कह सतगुरु त्यारे केन, बीते जाम जामनी तीन। इस तरह कह के सतगुरु जी ने जो अगे चलण की तैयारी की, सारा परिवार आ गया। रात दे 3 पैर बतीत हो गए, बीते जाम जामनी तीन। अमृत वेला हो गया जी। हुण देखो रात भी जागते रहे, पैर रात रहिंदे जंग शुरू होया, सारा दिन जंग की तैयारी करदे। रात के 3 पैर लंघ गए, अमृत वेला हो गया। जह कह पुर में है जरे मसाल, आए जाए बहु वस्त संभाल। जिथे किते मसाला जगदे ने आउंदे जांदे, जिहड़े जिन्हां ने नाल गुरु साहब दे जाना अपनी चीज़ां संभाल रहे ने कि होर कोई मिल जे, होर मिल जे। गुर जह करे तहाँ लग सारे, चार मताबे दिपे उधारे। जिथे गुरु साहब जी खड़े ने उत्थों तक 4 मताबियां जगदियां ने चानण करन वास्ते। तिमर बनासे भयो प्रकाश, जन दिन मन ही चढ़ियो आकाश। तैयारी करदियां उतों अगे चलदियां दिन का चढ़ा चढ़ गया जी। सूरज जिहड़ा सी वो थोड़े जे चमकन लग्या, दिन का चढ़ा चढ़िया है। सर्ब आण जब इकट्ठे भए, कह कह भल संभारण कहे। जदों सारे इकट्ठे आ गए, सारे की चंगी तरह संभाल की गई। सगरों गुर कुटुंब चले आए, संग सिख सैना समुदाय। गुरु का सारा परिवार आ गया, धीरमल नूं छड्ड के, धीरमल की माता नूं छड्ड के।
बाकी सारे आगे ने, सिख आगे ने, सैना आगे है। प्रथम पृथक पृथक सब बूझन कीने, पुन प्रस्थान हेत चित दीने। ये नहीं कि आए तो गुरु साहब कहते चलो, कल्ले कल्ले नूं सारे नूं पहलों गुरु साहब जी ने पूछया है कि चल भी सकते हो, सफ़र करना है, ठीक भी हो, सफ़र कर भी सकते हो। और जिन्होंने गुरु साहब ने पूछा, जिन्हों की किरपा पाई, भावें थके हुए सन, उन्होंने इवें लग्या कोई थकावट नहीं, सारिਆਂ ਨੂੰ ਪੁੱਛ के सुचेत किया। फिर उत्थों कीरतपुर साहब चलण की तैयारी की। इत्थे कवि संतोख सिंह जी ने यह अध्याय भी खत्म किया है। समय की भी समाप्ति हुई, फुलों की खिमा। आओ एक दो बारी रसना नूं करिए पवित्र, फिर समाप्ति है जी। वाहेगुरु 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 वाहेगुरु। वाहेगुरु वाहेगुरु वाहेगुरु